ਬਹੁਤ ਸੈਰ ਕੀ ਤਿਲਾਂ ਦਾ ਕੀ ਬਣੇਗਾ। ਬਹੁਤ ਵਧੀਆ ਸਵਾਲ ਹੈ, ਬੜਾ ਹੀ ਚੰਗਾ ਸਵਾਲ ਹੈ। ਦੇਖੋ, ਮੈਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜੀ ਵੀਡੀਓ ਮੈਂ ਬਣਾਉਣ ਲੱਗਾ ਨਾ, ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਡੇ ਕਿਸਾਨ ਲਈ ਇੰਨਾ ਜ਼ਰੂਰੀ ਹੈ ਜਿੰਨਾ ਸਾਡੇ ਲਈ ਆਪਣੀ ਖੁਰਾਕ ਜ਼ਰੂਰੀ ਹੈ। ਉਹਦੀ ਵਜ੍ਹਾ ਇਹ ਆ ਕਿ ਸਾਡੇ ਕਿਸਾਨ ਨਾਲ ਸਟਾਕ ਮਾਫੀਆ ਨੇ, ਸਾਨੂੰ ਜਿਹੜੇ ਖਾਦਾਂ ਦਵਾਈਆਂ ਸਪਰੇਵਾਂ ਦੇਣ ਵਾਲਿਆਂ ਨੇ ਸਾਨੂੰ ਇਸ ਤਰੀਕੇ ਤੇ ਆ ਕੇ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਹੁਣ ਜਿੰਨੀ ਦੇਰ ਤੱਕ ਅਸੀਂ ਵੀ ਉਹਨਾਂ ਦੇ ਜਿਸ ਤਰੀਕੇ ਨਾਲ ਉਹ ਮਿਲ ਜੁਲ ਕੇ ਇੱਕ ਕੈਂਪੇਨ ਦੇ ਥਰੂ ਸਾਨੂੰ ਲੁੱਟ ਰਹੇ ਨੇ, ਇਸੇ ਤਰ੍ਹਾਂ ਜਿੰਨੀ ਦੇਰ ਤੱਕ ਅਸੀਂ ਵੀ ਮਿਲ ਜੁਲ ਕੇ ਉਹਨਾਂ ਦਾ ਮੁਕਾਬਲਾ ਨਹੀਂ ਕਰਾਂਗੇ, ਸਾਡੇ ਕੋਈ ਚੀਜ਼ ਪੇਟ ਪੱਲੇ ਨਹੀਂ ਪਏਗੀ। ਮੈਂ ਹੁਣ ਤੱਕ ਤੁਹਾਨੂੰ 3 ਚੀਜ਼ਾਂ ਦੇ ਪੂਰੇ ਪਿਛਲੇ ਸੀਜ਼ਨ ਦੇ ਵਿੱਚ 3 ਚੀਜ਼ਾਂ ਦੇ ਜਿਹੜੀ ਮਾਰਕੀਟ ਹੈ ਉਹ ਦੇ ਚੁੱਕਿਆ, ਜਿੰਦੇ ਵਿੱਚ ਤੁਸੀਂ ਅਗਰ ਨਹੀਂ ਅੱਜ ਵੀ ਤੁਹਾਨੂੰ ਯਕੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਆਲੂ ਦੇ ਬਾਰੇ ਤੁਹਾਨੂੰ ਪਹਿਲੇ ਪ੍ਰੈਡਿਕਸ਼ਨ ਦਿੱਤੀ ਸੀ ਜਿਸ ਟਾਈਮ ਇੰਤਹਾਈ ਮੰਦਾ ਸੀ, ਔਰ ਆਲੂ ਦਾ ਰੇਟ ਜੋ ਪ੍ਰੈਡਿਕਟ ਕੀਤਾ ਸੀ, ਜੋ ਦੱਸਿਆ ਸੀ ਉਹ ਬਣਿਆ ਹੈ। ਉਸ ਤੋਂ ਬਾਅਦ ਮਕਈ ਦੇ ਬਾਰੇ ਦੱਸਿਆ ਸੀ, ਮਕਈ ਦਾ ਜੋ ਰੇਟ ਦੱਸਿਆ ਉਹ ਬਣਿਆ ਹੈ। ਉਸ ਤੋਂ ਬਾਅਦ ਮੁੰਜੀ ਦੇ ਬਾਰੇ ਦੱਸਿਆ ਸੀ ਕਿ ਮੁੰਜੀ ਦੇ ਹਾਲਾਤ ਖਰਾਬ ਨੇ, ਨਾ ਲਾਓ, ਹਟ ਜੋ ਘੱਟ ਲਾਓ, ਉਹ ਤੁਹਾਨੂੰ ਜੋ ਰੇਟ ਦੱਸਿਆ ਸੀ ਉਹ ਬਣਿਆ ਹੈ। ਅੱਜ ਹੁਣ ਮੈਂ ਤੁਹਾਨੂੰ ਤੇਲ ਦੇ ਬਾਰੇ ਦੱਸਣ ਲੱਗਾ। ਪਹਿਲੀ ਸਾਦਾ ਜੀ ਗੱਲ ਹੈ, ਮੈਂ ਪਹਿਲੇ ਵੀ ਬੜੀ ਦਫਾ ਦੱਸ ਚੁੱਕਿਆ ਕਿ ਪਾਕਿਸਤਾਨ ਦੇ ਵਿੱਚ ਚੂੰਕਿ ਸਾਡਾ ਜਿਹੜਾ ਐਕਸਪੋਰਟ ਵਾਲਾ ਨਿਜ਼ਾਮ ਹੈ ਉਹ ਐਡਾ ਅੱਛਾ ਨਹੀਂ ਹੈ, ਬਿਹਤਰ ਨਹੀਂ ਹੈ। ਫਸਲ ਆਉਣ ਤੋਂ ਪਹਿਲੇ ਉਹਦੇ ਇੰਤਜ਼ਾਮਾਂ ਵੱਲ ਧਿਆਨ ਨਹੀਂ ਕੀਤਾ ਜਾਂਦਾ ਕਿਉਂਕਿ ਸਾਨੂੰ ਹੋਰ ਬੜੇ ਕੰਮ ਨੇ, ਇਸ ਲਈ ਇਹ ਜਿਹੜੇ ਇੰਤਜ਼ਾਮਾਂ ਵੱਲ ਧਿਆਨ ਨਹੀਂ ਕੀਤਾ ਜਾਂਦਾ ਔਰ ਫਸਲ ਸਾਡੀ ਫੀਲਡ 'ਚ ਆਉਣੀ ਸ਼ੁਰੂ ਹੋ ਜਾਂਦੀ ਔਰ ਸਾਡੇ ਜ਼ਿਮੀਂਦਾਰ ਦੇ ਹਾਲਾਤ ਇਹ ਨੇ ਕਿ ਉਹ ਸਟਾਕ ਕਰਨ ਦੀ ਪੋਜੀਸ਼ਨ 'ਚ ਨਹੀਂ ਹੈ। ਔਰ ਦੂਸਰੀ ਚੀਜ਼ ਇਹ ਆ ਕਿ ਅਗਰ ਕੋਈ ਸਟਾਕ ਕਰਦਾ ਵੀ ਹੈ ਤਾਂ ਉਹਨੂੰ ਸਟਾਕ ਕਰਨ ਦਾ ਤਰੀਕੇਕਾਰ ਦਾ ਪਤਾ ਨਹੀਂ ਹੈ। ਔਰ ਜਿਹੜਾ ਸਟਾਕੀਆ ਉਹ ਮੁਫਤੀ ਦਾ ਜਿਹੜਾ ਨਾ ਚੰਦ ਦਿਨ ਜਿਹੜੀ ਨਾ ਇੱਕ ਫਸਲ ਨੂੰ ਰੱਖ ਕੇ ਤੇ ਉਹਦੇ ਪੈਸੇ ਕਮਾ ਲੈਂਦਾ। ਹਾਂ, ਅਲਬੱਤਾ ਹੁਣ ਮੈਂ ਜਿਹੜੀ ਤੁਹਾਨੂੰ ਚੌਥੀ ਫਸਲ ਦੇ ਬਾਰੇ ਇਸ ਸੀਜ਼ਨ ਦੇ ਵਿੱਚ ਚੌਥੀ ਫਸਲ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ, ਉਹ ਤਿਲਾਂ ਬਾਰੇ ਦੱਸਣ ਲੱਗਾ। ਚੂੰਕਿ ਜਿਹੜਾ ਕਿਸੇ ਵੀ ਚੀਜ਼ ਦਾ ਰੇਟ ਹੈ ਪਾਕਿਸਤਾਨ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਕਈ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿਹੜੀ ਇੰਟਰਨੈਸ਼ਨਲ ਪ੍ਰਾਈਸਿਸ ਨੇ, ਲੋਕਲ ਪ੍ਰਾਈਸਿਸ ਜਿਹੜੀਆਂ ਇੰਟਰਨੈਸ਼ਨਲ ਪ੍ਰਾਈਸਿਸ ਦੇ ਨਾਲ ਮੈਚ ਨਹੀਂ ਕਰਦੀਆਂ, ਬਲਕਿ ਸਪਲਾਈ ਤੇ ਡਿਮਾਂਡ ਦਾ ਜਿਹੜਾ ਨਾ ਉਹ ਸੀਨ ਚੱਲਦਾ ਹੈ, ਉਹਦੇ ਵਿੱਚ ਇਸ ਦਫਾ ਤਿਲ ਦੇ ਰੇਟ ਦਾ ਚਾਂਸ 25,000 ਤੱਕ ਹੈਗਾ। ਇਹ ਗੱਲ ਮੇਰੀ ਪੱਲੇ ਬੰਨ ਲਓ। ਇਸ ਟਾਈਮ ਰੇਟ 10, 11, 12,000 ਚੱਲ ਰਿਹਾ ਮਨ ਦਾ, ਲੇਕਿਨ ਇਹ ਰੇਟ 25,000 ਤੱਕ ਚਾਂਸ ਹੈਗਾ। 2 ਤੋਂ 3 ਮਹੀਨੇ ਜਸਟ ਇਹਨੂੰ ਸੇਵ ਕਰਨਾ ਹੈ। ਉਹਦੀ ਵਜ੍ਹਾ ਕੀ ਹੈ, ਵਜੂਹਾਤ ਤੁਹਾਨੂੰ 2-3 ਚੀਜ਼ਾਂ ਮੈਂ ਦੱਸਣਾ ਚਾਹਾਂਗਾ। ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਹੜਾ ਇਸ ਦਫਾ ਤਿਲ ਲੱਗਾ, ਬੇਸ਼ੱਕ ਬਹੁਤ ਜ਼ਿਆਦਾ ਤਿਲ ਦੀ ਫਸਲ ਲੱਗੀ, ਤਕਰੀਬਨ 14.5 ਲੱਖ ਏਕੜ ਦੇ ਕਰੀਬ ਫਸਲ ਲੱਗੀ ਹੈ। ਔਰ ਜਿਹੜੀ ਸਾਡੀ ਪੈਦਾਵਾਰ ਆਈ ਉਹ ਪੈਦਾਵਾਰ ਤਕਰੀਬਨ ਇਸ ਦਫਾ ਐਵਰੇਜ ਪੈਦਾਵਾਰ ਆਈ ਹੈ 4-4.5 ਮਨ ਫੀ ਏਕੜ। ਹਾਲਾਂਕਿ ਪਿਛਲੇ ਸਾਲ ਜਿਹੜੀ ਫਸਲ ਹੈ ਉਹ ਤਕਰੀਬਨ 7 ਲੱਖ ਏਕੜ ਦੇ ਕਰੀਬ ਲੱਗੀ ਸੀ ਤੇ ਉਹਦੀ ਪੈਦਾਵਾਰ ਤਕਰੀਬਨ ਕੁਝ 8-8.5 ਮਨ ਫੀ ਏਕੜ ਦੀ ਜਿਹੜੀ ਨਾ ਐਵਰੇਜ ਆਈ ਸੀ, ਔਸਤ ਪੈਦਾਵਾਰ ਪੂਰੇ ਪਾਕਿਸਤਾਨ ਦੀ। ਇਸ ਦਫਾ ਉਹ ਸਾਡੀ ਫਸਲ 14-14.5 ਲੱਖ ਏਕੜ ਲੱਗੀ ਹੈ, ਲੇਕਿਨ ਉਹਦਾ ਜਿਹੜਾ ਐਵਰੇਜ ਪੈਦਾਵਾਰ ਹੈ ਉਹ ਸਾਡੀ 4-4.5 ਮਨ ਦੀ ਰਹੀ ਹੈ। ਕਿਉਂਕਿ ਇਸ ਦਫਾ ਪਿਛਲੇ ਸਾਲ 7 ਲੱਖ ਏਕੜ ਦੀ ਡਿਮਾਂਡ ਸੀ, 8 ਤਕਰੀਬਨ ਮਨ ਦੀ ਪੈਦਾਵਾਰ ਦੇ ਹਿਸਾਬ ਨਾਲ। ਇਸ ਦਫਾ ਉਹਦੇ ਮੁਤਾਬਕ 10% ਤਕਰੀਬਨ ਡਿਮਾਂਡ ਵਧੀ ਹੈ, ਲੇਕਿਨ ਉਹ ਉਹਦੇ ਮੁਤਾਬਕ 9 ਲੱਖ ਏਕੜ ਦੀ ਡਿਮਾਂਡ ਸੀ। ਲੇਕਿਨ ਸਾਡੇ ਕੋਲ ਪੈਦਾਵਾਰ ਘਟਣ ਦੀ ਵਜ੍ਹਾ ਤੋਂ, ਪੈਦਾਵਾਰ ਅੱਧੀ ਹੋਣ ਦੀ ਵਜ੍ਹਾ ਤੋਂ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਤਕਰੀਬਨ 7 ਲੱਖ ਏਕੜ ਦੀ ਹੋਈ ਹੈ, 6-7 ਲੱਖ ਏਕੜ ਦੀ ਪੈਦਾਵਾਰ ਹੋਈ ਹੈ। ਇਹਦਾ ਮਤਲਬ ਇਹ ਆ ਕਿ ਸਾਡੀ ਜਿਹੜੀ ਪਿਛਲੇ ਸਾਲ ਦੀ ਪੈਦਾਵਾਰ ਸੀ ਨਾ, ਉਹਦੇ ਤੋਂ ਹੀ ਤੇਲ ਅੱਧਾ ਸਾਡੇ ਕੋਲ ਮੌਜੂਦ ਹੈ। ਇੱਕ ਚੀਜ਼ ਇਹ। ਦੂਸਰੀ ਚੀਜ਼ ਇਹ ਆ ਕਿ ਸਾਡਾ ਇਸ ਦਫਾ ਮੌਸਮੀ ਸੂਰਤ-ਹਾਲ ਕੁਛ ਇਸ ਕਿਸਮ ਦੀ ਰਹੀ ਹੈ ਕਿ ਫੰਗਸ ਦਾ ਬਹੁਤ ਜ਼ਿਆਦਾ ਅਟੈਕ ਆਇਆ ਤਿਲ ਦੀ ਫਸਲ ਦੇ ਉੱਤੇ, ਕਿਉਂਕਿ ਹਵਾ ਦੇ ਵਿੱਚ ਨਮੀ 80% ਤੋਂ ਉੱਤੇ ਰਹੀ ਹੈ। 80%, 85, 90, 92, 93% ਤੱਕ ਵੀ ਹਵਾ 'ਚ ਨਮੀ ਰਹੀ ਹੈ, ਜਿੰਦੀ ਵਜ੍ਹਾ ਤੋਂ ਫੰਗਸ ਦਾ ਬਹੁਤ ਜ਼ਿਆਦਾ ਅਟੈਕ ਆਇਆ। ਬਾਰਿਸ਼ਾਂ ਚੱਲਦੀਆਂ ਰਹੀਆਂ ਨੇ ਔਰ ਫਸਲ ਬਹੁਤ ਜ਼ਿਆਦਾ ਡੈਮੇਜ ਹੋਈ ਹੈ। ਹੁਣ ਜਿਹੜੀ ਅੱਛੀ ਫਸਲ ਹੈ, ਅੱਜ ਮੈਂ ਤੁਹਾਨੂੰ ਦੱਸ ਦੇਣਾ, ਇਹ ਗੱਲ ਪੱਲੇ ਬੰਨ ਲਿਆ ਜੇ ਕਿ ਅੱਛੀ ਫਸਲ ਜਿਹੜੀ ਸਾਫ਼ ਸੁਥਰੀ ਫਸਲ ਹੈ ਉਹਨੂੰ ਤੁਸੀਂ ਸਟਾਕ ਕਰੋ। ਇਨਸ਼ਾਅੱਲਾ 2, 2.5 ਜਾਂ 3 ਮਹੀਨਿਆਂ ਦੇ ਅੰਦਰ ਅੰਦਰ ਤੁਹਾਡਾ ਤਿਲ ਦਾ ਰੇਟ 20,000 ਕ੍ਰਾਸ ਕਰ ਜਾਏਗਾ ਔਰ 25,000 ਫੀ ਮਨ ਤੱਕ ਜਾਣ ਦਾ ਚਾਂਸ ਹੈ। ਔਰ ਜਿਹੜੀ ਹਲਕੀ ਫਸਲ ਹੈ ਉਹਨੂੰ ਤੁਸੀਂ ਸੇਵ ਕਰੋ, ਫੰਜੀਸਾਈਡ ਨਾਲ ਟਰੀਟ ਕਰਕੇ ਉਹਨੂੰ ਸੇਵ ਕਰ ਲਵੋ, ਉਹ ਵੀ ਤੁਹਾਡੀ 16, 17, 18,000 ਰੁਪਏ ਦੀ ਮਨ ਵਿਕੇਗੀ। ਮੈਨੂੰ ਪਤਾ ਹੈ ਜ਼ਿਮੀਂਦਾਰ ਦੀ ਜੋ ਇਸ ਦਫਾ ਇਸ ਟਾਈਮ ਸੂਰਤ ਹਾਲ ਹੈ ਉਹ ਬਹੁਤ ਜ਼ਿਆਦਾ ਨੁਕਸਾਨ 'ਚ ਔਰ ਉਹਦੇ ਲਈ ਚੀਜ਼ਾਂ ਨੂੰ ਸਟੋਰ ਕਰਨਾ ਬਹੁਤ ਮੁਸ਼ਕਲ ਹੈ, ਲੇਕਿਨ ਅਸੀਂ ਜਿੰਨੀ ਦੇਰ ਤੱਕ ਇਸ ਮਾਫੀਆ ਦੇ ਖਿਲਾਫ ਆਪਣੀ ਸਰ ਤੋੜ ਕੋਸ਼ਿਸ਼ ਨਹੀਂ ਕਰਾਂਗੇ, ਉਨੀ ਦੇਰ ਤੱਕ ਅਸੀਂ ਕਿਸੇ ਸੂਰਤ ਕਾਮਯਾਬ ਨਹੀਂ ਹੋ ਸਕਦੇ। ਮਕਈ ਦਾ ਮੇਰੇ ਦੱਸਣ ਦੇ ਬਾਵਜੂਦ ਮਕਈ ਦੇ ਵਿੱਚ ਜਿਹੜਾ ਨਾ ਸਟਾਕ ਮਾਫੀਆ ਕਾਮਯਾਬ ਹੋਈ ਹੈ ਔਰ ਸਟਾਕ ਮਾਫੀਆ ਜ਼ਿਮੀਂਦਾਰ ਕੋਲੋਂ ਮਕਈ ਲੈ ਗਈ ਹੈ। ਇਸੇ ਤਰ੍ਹਾਂ ਹੀ ਹੁਣ ਤਿਲ ਦੀ ਵੀ ਮੈਂ ਅੱਜ ਤੁਹਾਨੂੰ ਦੱਸ ਰਿਹਾ,
ਤਿਲ ਦੀ ਫਸਲ ਦੇ ਵਿੱਚ ਵੀ ਫਿਲਹਾਲ ਜੋ ਸੂਰਤ-ਹਾਲ ਚੱਲ ਰਹੀ, ਸਟਾਕ ਮਾਫੀਆ ਫਾਇਦਾ ਚੁੱਕ ਰਹੀ ਏ ਤੇ ਜ਼ਿਮੀਂਦਾਰ ਜਿਹੜਾ ਨਾ ਸਿਰਫ ਸੇਵ ਕਰਨ ਤੋਂ, ਸਟਾਕ ਕਰਨ ਤੋਂ ਜਾਂ ਆਪਣੇ ਕੋਲ ਜਿਹੜੇ ਰਿਸੋਰਸਿਸ ਘੱਟ ਹੋਣ ਦੀ ਵਜ੍ਹਾ ਤੋਂ, ਪੈਸੇ ਦੀ ਕਮੀ ਦੀ ਵਜ੍ਹਾ ਤੋਂ ਜ਼ਿਮੀਂਦਾਰ ਨੂੰ ਵੇਚਣਾ ਮਜਬੂਰੀ ਹੈ। ਲੇਕਿਨ ਫਿਰ ਵੀ ਹਰਗਿਜ਼ ਉਹ ਬੰਦਾ ਨਾ ਵੇਚੇ ਜਿਹੜਾ ਕਿਸੇ ਤਰੀਕੇ ਨਾਲ ਵੀ ਆਪਣੀ ਫਸਲ ਸੇਵ ਕਰ ਸਕਦਾ ਹੈ। ਤੇ ਅੱਜ ਦੀ ਮੇਰੀ ਤਲਕੀਨ ਯਾਦ ਰੱਖ ਲਓ, ਕਿਉਂਕਿ ਇਹ ਲੜਾਈ ਏਕ ਔਰ ਇਹ ਲੜਾਈ ਸਾਨੂੰ ਲੜਨੀ ਪੈਣੀ। ਅਸੀਂ ਨਾ ਲੜਾਂਗੇ ਤੇ ਅਸੀਂ ਬਿਲਕੁਲ ਆਊਟ ਹੋ ਜਾਵਾਂਗੇ। ਅਸੀਂ ਬਾਈ ਜ਼ਿਮੀਂਦਾਰਾ ਕਰ ਹੀ ਨਹੀਂ ਸਕਦੇ। ਗੱਲ ਨੋਟ ਕਰ ਲਓ, ਅਗਰ ਚੌਥੀ ਫਸਲ ਵੀ ਸਾਨੂੰ ਕਿਸੇ ਤਰ੍ਹਾਂ ਕੋਈ ਬੈਨੀਫਿਟ ਨਹੀਂ ਦਿੰਦੀ ਤੇ ਅਸੀਂ ਵਾਈ ਦੇ ਵਿੱਚੋਂ ਆਊਟ ਹੋ ਜਾਵਾਂਗੇ। ਇਸ ਲਈ ਦੇਖ ਲਵੋ ਕਿ ਅਸੀਂ ਆਊਟ ਹੋਣਾ ਹੈ ਜਾਂ ਮੁਕਾਬਲਾ ਕਰਨਾ ਹੈ। ਤੇ ਬਿਹਤਰ ਇਹ ਹੀ ਅਸੀਂ ਮੁਕਾਬਲਾ ਕਰੀਏ, ਆਪਣੇ ਆਪ ਨੂੰ ਵੀ ਬਚਾਈਏ ਤੇ ਆਪਣੇ ਮੁਲਕ ਨੂੰ ਵੀ ਬਚਾਈਏ। ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪੈਂਦਾ।